सतनाम श्री वाहेगुरु साहिब जीओ। गुर का बचन सदा अविनाशी, गुर कै बचन कटी जम फासी। गुर का बचन जी कै संग, गुर कै बचन रचै राम कै रंग। परम सन्मानयोग गुरु रूप गुरु खालसा साध संगत जी, वाहेगुरु जी का खालसा वाहेगुरु जी की फतेह। श्री गुरु अमरदास जी के समय तीन सिख भाई लालू, भाई दुर्गा ਅਤੇ ਭਾਈ ਜਵੰਦਾ ਗੁਰੂ ਜੀ ਦੀ ਸ਼ਰਨ ਚੱਲ ਕੇ ਆਏ। ਬੰਦਨਾ ਕਰਕੇ ਉਹ ਸੇਵਾ ਕਰਨ ਲੱਗੇ। ਇੱਕ ਦਿਨ ਗੁਰੂ ਜੀ ਦੇ ਪਾਸ ਬੈਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਆਪਣੇ ਦਾਸ ਜਾਣ ਕੇ ਕੋਈ ਉਪਦੇਸ਼ ਦਿਓ ਜਿਸ ਨਾਲ ਸਾਡਾ ਉਧਾਰ ਹੋ ਜਾਵੇ। ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਪਰਉਪਕਾਰ ਵਰਗਾ ਹੋਰ ਕੋਈ ਚੰਗਾ ਕੰਮ ਨਹੀਂ। ਜਿਹੜਾ ਸਦਾ ਪਰਉਪਕਾਰ ਕਰੇ ਉਸ ਨੂੰ ਸੁੱਖ ਦਾ ਸਥਾਨ ਪ੍ਰਾਪਤ ਹੁੰਦਾ ਹੈ। ਜਿਹੜਾ ਉਪਕਾਰ ਹੈ ਉਹ ਵੀ ਤਿੰਨ ਪ੍ਰਕਾਰ ਦਾ ਹੈ। ਹਿਰਦੇ ਵਿੱਚ ਸਮਝ ਕੇ ਤੁਸੀਂ ਆਪ ਧਾਰਨ ਕਰੋ। ਪਹਿਲਾਂ ਜੇ ਆਪਣੇ ਪਾਸ ਧਨ ਹੈ ਉਹ ਅਜਿਹੇ ਗਰੀਬਾਂ ਨੂੰ ਦੇ ਦਿਓ ਜਿਨ੍ਹਾਂ ਨੂੰ ਤੁਸੀਂ ਦੁਖੀ ਸਮਝਦੇ ਹੋ। ਜਿੱਥੇ ਵੀ ਗਰੀਬ ਅਨਾਥ ਵੇਖਦੇ ਹੋ ਉਹਨਾਂ ਨੂੰ ਕੱਪੜੇ ਅਤੇ ਭੋਜਨ ਦਿਓ। ਦੁਖੀ ਨੂੰ ਵੇਖ ਕੇ ਦਇਆ ਧਾਰਨ ਕਰੋ। ਜਿੰਨੀ ਤੁਹਾਡੇ ਵਿੱਚ ਸਮਰੱਥਾ ਹੈ ਉਸ ਦਾ ਦੁੱਖ ਦੂਰ ਕਰੋ। ਦੂਸਰਾ, ਆਪਣੀ ਬਾਣੀ ਨਾਲ ਸ਼ੁਭ ਬਚਨ ਕਰੋ। ਦੂਸਰੇ ਦੇ ਵਿਗੜੇ ਕਾਰਜ ਵੀ ਸੁਧਾਰ ਦਿਓ। ਜੇ ਆਪਣੇ ਪਾਸ ਵਿੱਦਿਆ ਹੋਵੇ ਤਾਂ ਪ੍ਰਸੰਨ ਹੋ ਕੇ ਦੂਸਰਿਆਂ ਨੂੰ ਪੜ੍ਹਾਓ। ਤੀਸਰੇ, ਆਪਣੇ ਮਨ ਨਾਲ ਸਭ ਦਾ ਭਲਾ ਚਾਹੋ। ਬੁਰਾ ਕਰਨ ਲਈ ਕਦੀ ਵੀ ਤਿਆਰ ਨਾ ਹੋਵੋ। ਇਹ ਤਿੰਨ ਉਪਕਾਰ ਫਿਰ ਇਸ ਤਰ੍ਹਾਂ ਹੋਏ। ਪਹਿਲਾ, ਪਾਸ ਪਦਾਰਥ ਹੋਣ ਵਾਲੇ ਦਾ ਭਾਵ ਦੇਣਾ। ਦੂਜਾ, ਬਾਣੀ ਦਾ ਭਾਵ ਸ਼ੁਭ ਬਚਨ ਕਹਿਣਾ। ਤੇ ਤੀਜਾ, ਮਨ ਦਾ ਭਾਵ ਕਿ ਬੁਰਾ ਕਿਸੇ ਦਾ ਨਾ ਚਾਹੇ। ਇਸ ਤਰ੍ਹਾਂ ਤਿੰਨ ਪ੍ਰਕਾਰ ਨਾਲ ਪਰਉਪਕਾਰ ਹੁੰਦਾ ਹੈ। ਸਦਾ ਦੂਸਰੇ ਦਾ ਦੁੱਖ ਦੂਰ ਕਰੋ। ਸਭ ਦਾਨਾਂ ਨਾਲੋਂ ਵੱਡਾ ਅੰਨਦਾਨ ਹੈ। ਹਰ ਸਮੇਂ ਅੰਨ ਦਾ ਦਾਨ ਕਰਦੇ ਰਹੋ। ਜਿਸ ਅੰਨ ਦੇ ਖਾਣ ਨਾਲ ਪ੍ਰਾਣੀ ਜਿਉਂਦਾ ਹੈ ਹੋਰ ਕੋਈ ਦਾਨ ਇਸ ਦੇ ਬਰਾਬਰ ਨਹੀਂ ਹੈ। ਕੱਚਾ ਪੱਕਾ ਜੋ ਕੁਝ ਵੀ ਹੈ ਜਿਵੇਂ ਕਿਵੇਂ ਦਿਓ। ਭੁੱਖਾ ਵੇਖ ਕੇ ਨਾ ਕਰੋ। ਕੋਈ ਵੀ ਸਮਾਂ ਹੋਵੇ, ਬੇਸ਼ੱਕ ਸ਼ਾਮ ਹੋਵੇ ਜਾਂ ਸਵੇਰਾ, ਵਿਚਾਰ ਕੀਤੇ ਬਗੈਰ ਭੋਜਨ ਦਾਨ ਕਰੋ। ਉੱਚੀ ਨੀਵੀਂ ਜਾਤ ਨਾ ਪਰਖੋ। ਅੰਨ ਦਾਨ ਕਰਕੇ ਭੁੱਖੇ ਨੂੰ ਤ੍ਰਿਪਤ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਦੇ ਬਚਨਾਂ ਨੂੰ ਤਿੰਨਾਂ ਨੇ ਹੀ ਸ਼ਰਧਾ ਧਾਰ ਹਿਰਦੇ ਵਿੱਚ ਧਾਰਨ ਕਰ ਲਿਆ। ਤਿੰਨ ਤਰੀਕਿਆਂ ਅਨੁਸਾਰ ਉਪਕਾਰ ਕਰਦੇ ਸਨ ਅਤੇ ਭੁੱਖਿਆਂ ਨੂੰ ਬਹੁਤ ਭੋਜਨ ਦਿੰਦੇ ਸਨ। ਇਸ ਰੀਤੀ ਅਨੁਸਾਰ ਗੁਰੂ ਜੀ ਦੇ ਸਿੱਖ ਹੋ ਗਏ ਅਤੇ ਬੜੀ ਪ੍ਰੀਤ ਧਾਰਨ ਕਰਕੇ ਦਰਸ਼ਨਾਂ ਵਾਸਤੇ ਆਉਂਦੇ ਸਨ। ਭਗਤੀ ਨੂੰ ਪਾ ਕੇ ਸੇਵਾ ਕਰਦੇ ਰਹਿੰਦੇ ਸਨ। ਫਿਰ ਗੁਰੂ ਜੀ ਦੇ ਪਾਸ ਆ ਜਾਂਦੇ ਸਨ। ਇੱਕ ਜੱਗਾ ਨਾਮੀ ਸਿੱਖ ਗੁਰੂ ਜੀ ਦੇ ਪਾਸ ਆਇਆ। ਦਰਸ਼ਨ ਕਰਕੇ ਸਿਰ ਨਿਵਾਇਆ। ਗੁਰੂ ਜੀ ਦੇ ਪਾਸ ਬਹੁਤ ਸਿੱਖ ਬੈਠੇ ਦੇਖ ਕੇ ਬਹੁਤ ਪ੍ਰਸੰਨ ਹੋਇਆ ਅਤੇ ਹੱਥ ਜੋੜ ਕੇ ਬੋਲਿਆ, ਮੈਂ ਆਪਣਾ ਕਲਿਆਣ ਚਾਹੁੰਦਾ ਹਾਂ। ਮੈਨੂੰ ਇੱਕ ਦਿਨ ਜੋਗੀ ਆ ਕੇ ਮਿਲਿਆ। ਉਸ ਪਾਸ ਮੈਂ ਬੇਨਤੀ ਕੀਤੀ। ਤਦ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ, ਘਰ ਪਰਿਵਾਰ ਅਤੇ ਸਾਰੇ ਸੰਬੰਧੀ ਬੰਧਨ ਰੂਪ ਹਨ। ਇਸ ਨੂੰ ਮਨ ਵਿੱਚ ਵਿਚਾਰ ਲਓ। ਇਹਨਾਂ ਸਭ ਨੂੰ ਛੱਡ ਕੇ ਫਕੀਰ ਹੋ ਜਾਓ। ਫਿਰ ਚੱਲ ਕੇ ਸਾਡੇ ਪਾਸ ਆ ਜਾਓ। ਆਪਣੇ ਕਲਿਆਣ ਹਿੱਤ ਮੇਰਾ ਉਪਦੇਸ਼ ਲਵੋ ਅਤੇ ਕਲੇਸ਼ਾਂ ਭਰੇ ਘਰ ਨੂੰ ਛੱਡ ਦਿਓ। ਮੈਂ ਆਪ ਜੀ ਦੇ ਪਾਸ ਆ ਕੇ ਪੁੱਛਣਾ ਚਾਹੁੰਦਾ ਹਾਂ, ਕਲਿਆਣ ਕਿਵੇਂ ਹੋਵੇ ਅਤੇ ਮਨ ਪਵਿੱਤਰ ਬਣੇ। ਕਿਵੇਂ ਮਹਾਨ ਭਗਤੀ ਪ੍ਰਾਪਤ ਹੋਵੇ ਜਿਸ ਨਾਲ ਨਿਰਵਾਣ ਪ੍ਰਭੂ ਦੀ ਪ੍ਰਾਪਤੀ ਹੋਵੇ। ਸ਼ਰਧਾ ਜਾਣ ਕੇ ਗੁਰੂ ਜੀ ਨੇ ਬਚਨ ਕੀਤਾ,
घर त्यागण की इच्छा ना धारण करो। जे घर छड्डण नाल भगवान मिल जावे तां फकीर फिर नगरां विच क्यों आउंदे हन। दुकानां ते जाके बाणीए नाल झगड़दे हन, सारा दिन मंगदे फिरदे हन। गुरमुख गृहस्थ विच रह के भगती करते हैं, मुक्ति प्राप्त करते हैं अते जगत विच दोबारा जन्म नहीं लेंदे। जिवें जल विच कंवल जल तो निर्लेप रहिंदा है अते सारा दिन सूरज वल उच्चा ध्यान धार के रखदा है, उस तरह गुरसिख किरत करे, सत संगत नूं बनदा हिस्सा दे के फिर आप वरते। जद फकीर हो के मंग के खांदा है तां जप तप घट जाता है। सेवा करन वाले उस तो फल लै लैंदे हन, जिस पासों नित खांदे पींदे हन। गृहस्थी अपना पुन नहीं दिंदे हन, सगों सेवा करके दूसरे पासों पुन लै लैंदे हन। जिवें गां नूं घाह खुआ के लोग उसका दुध चो लैंदे हन, उस तरह नाम प्रेमी की सेवा करके लोग उसके आत्म सुख का हिस्सा वंड लैंदे हन। हे जग्गा, इस तरह चंगी तरह समझ लो, कलयुग विच गृहस्थ धर्म ही श्रेष्ठ है। शरीर नाल किरत करो अते संतां दी सेवा करो अते मन नाल हरि दी भगती करो, इस नाल छेती ही कल्याण प्राप्त हो जाएगा। घर नूं ना छड्डो, अपने गुरु वल ध्यान लाओ। यह सुन के जग्गे ने सिक्ख्या हिरदे विच धारण कर लई अते सुखकारी किरत विच भगती करनी समझ गया। गुरु जी की सिक्ख्या भली प्रकार मन के उस तरह ही करन लगा अते भागां वाला गुरु जी की सेवा विच लग गया। इस तरह खानू अते माहिया दोवें प्यो पुत्र सन। उन्होंने सतगुरु जी के पवित्र दर्शन किए। उन्होंने नाल तीसरे व्यक्ति गोविंद भंडारी ने आके गुरु जी के पास बेनती की, असीं तुहाडी शरण आए हाँ, ऐसे गुणा वाला उपदेश करो कि जिस विच बाकी दे सारे भले गुण आ जाण। यह सुन के सतगुरु जी ने कहा, इस जगत विच सारे गुणों का वड्डा गुण हरि की भगती है। भगती करन नाल सारे गुण प्राप्त हो जाते हैं। भगवान नूं प्रसन्न करना गुणों का खजाना है। गुणों का दाता जद वस हो जाता है, फिर उस तो वड्डा कोई दुर्लभ गुण रह नहीं जाता। तिन्ने सिख पुछण लगे, भगती किस रीति नाल करनी चाहिए है, सानू समझाओ ताकि साडे विच भगती वास्ते प्रीत पैदा होवे। तद सतगुरु जी ने समझाउण वास्ते कहा, 9 प्रकार की भगती है। पहली है सखदाई, दूजी प्रेमा भगती विचार लो, तीसरी परा भगती निर्धारित करो। पहला इन्हां 9 भगतियां दे भेद सुनो। जिन्हां नूं यह प्राप्त हो जाण उन्हां दे सब दुख दूर हो जाते हैं। मन ते नैण गुरु जी सन्मुख रख के शरधा सहित उन्हां दे बचन सुने। दूसरा कथा कीर्तन करे अते चंगे प्रभु दे गुण वर्णन करे। तीसरा सतनाम का सिमरन करे, बिना भजन तो कोई भी समा बतीत ना करे। सवास सवास नाल प्रभु दे नाम नूं मिलावे अते उठदियां बैठदियां कदी ना विसारे। चौथा सतगुरु नूं भगवान जाने ते उन्हां दे चरण कमलां विच ध्यान धारण करे। संतां दे चरण धोवे अते शरधा नाल चरना अंम੍ਰਿਤ लवे। साध संगत जी, 10वें पातशाह तो पहला सारे गुरु साहिबान अपना चरना अंम੍ਰਿਤ दे के ही सिख बनाउंदे सन। 10वें पातशाह तो बाद सतगुरु जी ने सारे सिखां नूं अंम੍ਰਿਤ छकण दा हुक्म कर दिता। सो इस तरह 5वां है, जद भोजन करन लगे तां पहलां अपने गुरु जी दे अगे अर्पण करे, बाद विच आप छके। अपनी समर्था अनुसार संतां नूं भोजन छकावे अते साधां नूं वस्त्र पहनावे। 6वां प्रभु गुरु दे द्वारे जाके वंदना करके चारे पासे परिक्रमा करे। धूप दीप जगा के चंदन का छिड़काव करे, सुगंधी वाले फुल लिया के चढ़ावे। 7वां अपने आप नूं दास जाने अते परमेश्वर नूं तन मन अते धन नूं सब प्रभु का दिता जाने। पतिव्रता इस्त्री वांग परमेश्वर नूं पति जाने। 8वां परमात्मा नूं अपना मित्र जाने
ਅਤੇ ਕਦੀ ਵੀ ਆਪਣੇ ਚਿੱਤ ਨੂੰ ਨਾ ਡੋਲਣ ਦੇਵੇ। ਪਰਮਾਤਮਾ ਜੋ ਕੁਝ ਕਰੇ ਉਸ ਵਿੱਚ ਆਪਣਾ ਭਲਾ ਹੀ ਜਾਣੇ, ਉਸ ਵਿੱਚ ਕੋਈ ਹੁਜਤ ਨਾ ਕਰੇ। ਜਿਵੇਂ ਮਿੱਤਰ ਦੀ ਕੀਤੀ ਨੂੰ ਸਮਝਦਾ ਹੈ, ਭਾਵ ਜਿਵੇਂ ਮਿੱਤਰ ਦੂਸਰੇ ਮਿੱਤਰ ਦੀ ਕੀਤੀ ਨੂੰ ਵੇਖਦਾ ਹੈ ਕਿ ਇਹ ਜੋ ਕੁਝ ਕਰਦਾ ਹੈ ਮੇਰਾ ਭਲਾ ਹੀ ਕਰਦਾ ਹੈ, ਇਸ ਤਰ੍ਹਾਂ ਹੀ ਪ੍ਰਭੂ ਦੀ ਕੀਤੀ ਨੂੰ ਜਾਣੇ। 9ਵਾਂ, ਤਨ ਧਨ ਸਭ ਪ੍ਰਭੂ ਨੂੰ ਅਰਪਣ ਕਰ ਦੇਵੇ। ਆਪਣਾ ਕੁਝ ਵੀ ਕਦੀ ਨਾ ਸਮਝੇ, ਪਦਾਰਥਾਂ ਦੇ ਮੋਹ ਨੂੰ ਛੱਡ ਦੇਵੇ। ਸਭ ਕੁਝ ਹਰੀ ਦਾ ਜਾਣ ਕੇ ਦੁੱਖ ਸੁੱਖ ਨਾ ਵੇਖੇ। ਇਹ 9 ਪ੍ਰਕਾਰ ਦੀ ਜਿਹੜੀ ਭਗਤੀ ਕਹੀ ਹੈ, ਜੇਕਰ ਇਹਨਾਂ ਵਿੱਚੋਂ ਇੱਕ ਵੀ ਪ੍ਰਾਪਤ ਹੋ ਜਾਏ ਤਾਂ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਜੇ ਸਾਰੀ ਭਾਵ 9 ਪ੍ਰਕਾਰ ਦੀ ਭਗਤੀ ਸਮੇਤ ਹੋਵੇ ਫਿਰ ਕਿਹੜਾ ਸੰਸਾਰ ਰਹਿ ਜਾਂਦਾ ਹੈ, ਭਾਵ ਸਭ ਸੰਸੇ ਮਿਟ ਜਾਂਦੇ ਹਨ। ਹੁਣ ਸੁਣੋ, ਜਿਵੇਂ ਪ੍ਰੇਮ ਭਗਤੀ ਹੈ, ਉਸ ਬਰਾਬਰ ਹੋਰ ਕੋਈ ਭਗਤੀ ਜੱਗ ਵਿੱਚ ਸੁਖਦਾਈ ਨਹੀਂ ਹੈ। ਜਿਵੇਂ ਰੁੱਖ ਦਾ ਫਲ ਪਹਿਲਾਂ ਹਰਾ ਹੁੰਦਾ ਹੈ ਅਤੇ ਸਵਾਦ ਵਿੱਚ ਵੀ ਕੌੜਾ ਹੁੰਦਾ ਹੈ, ਪਰ ਜਦ ਪੀਲਾ ਹੋ ਜਾਂਦਾ ਹੈ ਤਾਂ ਉਸ ਵਿੱਚ ਖਟਿਆਈ ਆ ਜਾਂਦੀ ਹੈ। ਉਹ ਬ੍ਰਿਛ ਵਿੱਚੋਂ ਹੀ ਰਸ ਪ੍ਰਾਪਤ ਕਰ ਲੈਂਦਾ ਹੈ। ਫਿਰ ਜਦ ਪੱਕਦਾ ਹੈ ਤਾਂ ਉਸ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਉਸ ਦਾ ਸਵਾਦ ਬਹੁਤ ਮਿੱਠਾ ਹੋ ਜਾਂਦਾ ਹੈ। ਉਸ ਤਰ੍ਹਾਂ ਹੀ ਪਰਮੇਸ਼ਰ ਦਾ ਪ੍ਰੇਮੀ ਹੁੰਦਾ ਹੈ। ਉਹਨਾਂ ਦੇ ਇਸ ਢੰਗ ਦੇ ਹੀ ਲੱਛਣ ਹਨ। ਪਹਿਲਾਂ ਚਿੱਤ ਰੋਣ ਨੂੰ ਕਰਦਾ ਹੈ, ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਬੜਾ ਉਤਸ਼ਾਹ ਧਾਰਨ ਕਰਦਾ ਹੈ। ਮੈਂ ਵਿਛੜਿਆ ਹਾਂ ਇਸ ਕਰਕੇ ਬੜਾ ਦੁੱਖ ਪਾਉਂਦਾ ਹੈ। ਲੰਮੇ ਲੰਮੇ ਸਾਹ ਲੈ ਕੇ ਪਛਤਾਉਂਦਾ ਹੈ। ਰੋਮ ਖੜੇ ਹੋ ਜਾਂਦੇ ਹਨ ਅਤੇ ਮੁਖ ਤੋਂ ਬੋਲਿਆ ਨਹੀਂ ਜਾਂਦਾ। ਕਦੀ ਗੁਣ ਗਾਉਂਦਾ ਹੈ ਅਥਵਾ ਕਦੀ ਚੁੱਪ ਧਾਰ ਲੈਂਦਾ ਹੈ। ਤਦ ਮੁਖ ਦਾ ਰੰਗ ਕਾਲਾ ਹੋ ਜਾਂਦਾ ਹੈ। ਸਭ ਅੰਗਾਂ ਦੀ ਸੋਝੀ ਭੁੱਲ ਜਾਂਦਾ ਹੈ। ਜਿਵੇਂ ਜਿਵੇਂ ਪ੍ਰੇਮ ਵੱਧਦਾ ਹੈ ਤਿਵੇਂ ਤਿਵੇਂ ਭੋਜਨ ਦੀ ਚਾਹਤ ਘਟਦੀ ਜਾਂਦੀ ਹੈ, ਭਾਵ ਅੰਨ ਪਾਣੀ ਥੋੜ੍ਹਾ ਖਾਂਦਾ ਹੈ। ਭੁੱਖ ਪਿਆਸ ਦਾ ਫਿਕਰ ਬਹੁਤ ਥੋੜ੍ਹਾ ਰਹਿ ਜਾਂਦਾ ਹੈ। ਦਿਨ ਰਾਤ ਬੁੱਧੀ ਪ੍ਰੇਮ ਵਿੱਚ ਡੁੱਬੀ ਰਹਿੰਦੀ ਹੈ। ਬਿਰਹਾ ਕਰਕੇ ਦੁੱਖ ਅਤੇ ਬੇਚੈਨੀ ਵੱਧ ਜਾਂਦੀ ਹੈ। ਫਿਰ ਮੁੱਖ ਦਾ ਰੰਗ ਪੀਲਾ ਪੈ ਜਾਂਦਾ ਹੈ। ਪਿਆਰੇ ਦੀ ਜੇ ਕੋਈ ਗੱਲ ਸੁਣਾਉਂਦਾ ਹੈ, ਅਜਿਹੇ ਸੰਤਾਂ ਦੇ ਉਹ ਪਾਸ ਜਾਂਦਾ ਹੈ। ਸੁਣ ਕੇ ਵੇਖ ਕੇ ਪ੍ਰੀਤਮ ਦੇ ਮਿਲਣ ਦੀ ਨਿਸ਼ਾਨੀ ਲੱਭਦਾ ਹੈ, ਪਰ ਪ੍ਰੀਤਮ ਨੂੰ ਨੇੜੇ ਜਾਣ ਕੇ ਮਹਾਨ ਪ੍ਰੀਤ ਹੁੰਦੀ ਹੈ। ਸੰਤਾਂ ਦਾ ਸੰਗ ਜਦ ਬਹੁਤ ਵੱਧ ਜਾਂਦਾ ਹੈ, ਫਿਰ ਪੂਰਨ ਪ੍ਰਭੂ ਨੂੰ ਸਭ ਵਿੱਚ ਵੇਖਦਾ ਹੈ। ਤਦ ਮੁਖ ਦਾ ਰੰਗ ਲਾਲ ਹੋ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ। ਫਿਰ ਕਿਤੇ ਹੋਰ ਪਾਸੇ ਨਹੀਂ ਜਾਂਦਾ। ਫਿਰ ਸ਼ਾਂਤੀ ਰੂਪ ਮਿਠਾਸ ਆ ਜਾਂਦੀ ਹੈ। ਅੰਦਰਲੀ ਬਿਰਤੀ ਸਥਿਰਤਾ ਪਾ ਲੈਂਦੀ ਹੈ। ਫਿਰ ਦ੍ਰਿੜ ਅਭਿਆਸ ਕਰਕੇ ਗਿਆਨ ਨਾਲ ਮਨ ਲਾਉਂਦਾ ਹੈ। ਇਸ ਤਰ੍ਹਾਂ ਪਰਾ ਭਗਤੀ ਉਹ ਭਗਤੀ ਜੋ ਦ੍ਰਿਸ਼ਟ ਮਨ ਤੋਂ ਚੁੱਕ ਕੇ ਦ੍ਰਿਸ਼ਟਾ ਵਿੱਚ ਲੈ ਜਾਵੇ, ਇਸ ਨੂੰ ਵਾਹਿਗੁਰੂ ਮਿਲਾਪ ਪ੍ਰਾਪਤ ਅਵਸਥਾ ਕਹਿੰਦੇ ਹਨ। ਉਹ ਉਤਪੰਨ ਹੋ ਜਾਂਦੀ ਹੈ। ਆਪਣਾ ਸਰੂਪ ਵੇਖਣਾ ਚਾਹਿਆ ਤਾਂ ਈਸ਼ਵਰ ਜੀਵ ਅਭੇਦਤਾ ਪਾ ਲਈ। ਸਤ ਚੇਤਨ ਆਨੰਦ ਬ੍ਰਹਮ ਸਰੂਪ ਆਕਾਸ਼ ਵਾਂਗ ਪਰਿਪੂਰਨ ਹੈ ਤੇ ਜਿਸ ਦੇ ਅਨੁਪਮ ਕੌਤਕ ਹਨ। ਇਸ ਪ੍ਰਕਾਰ ਜੇ ਭਗਤੀ ਕਮਾਵੇ ਤਾਂ ਬ੍ਰਹਮ ਨਾਲ ਇੱਕ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਸੁਣ ਕੇ ਤਿੰਨੇ ਸਿੱਖ ਖਾਨੂ, ਮਾਹੀਆ ਅਤੇ ਗੋਬਿੰਦ ਭੰਡਾਰੀ ਬੜੇ ਆਨੰਦਮਈ ਹੋ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।